Hello students, ਅੱਜ ਅਸੀਂ ਚੈਪਟਰ 7 ਕਰਾਂਗੇ that is conservation of plants and animals। ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਆਲੇ ਦੁਆਲੇ ਬਹੁਤ ਸਾਰੇ plants, animals and microorganisms ਨੇ ਔਰ ਇਹ ਸਾਰੇ ਕੀ ਨੇ ਲਿਵਿੰਗ ਨੈਚੁਰਲ ਰਿਸੋਰਸਿਸ। ਇਹਨਾਂ ਤੋਂ ਇਲਾਵਾ ਹੋਰ ਵੀ ਨੈਚੁਰਲ ਰਿਸੋਰਸਿਸ ਨੇ ਜਿਵੇਂ ਕਿ ਏਅਰ, ਵਾਟਰ, ਲੈਂਡ, ਸੋਇਲ ਐਟਸੈਟਰਾ। ਔਰ ਇਹਨਾਂ ਲਿਵਿੰਗ ਨੈਚੁਰਲ ਰਿਸੋਰਸਿਸ ਨੂੰ ਜਦੋਂ ਅਸੀਂ ਕੰਜ਼ਰਵ ਕਰਦੇ ਹਾਂ, ਸੇਵ ਕਰਦੇ ਹਾਂ ਆਪਣੀ ਫਿਊਚਰ ਜਨਰੇਸ਼ਨ ਦੇ ਲਈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਕੰਜ਼ਰਵੇਸ਼ਨ। ਸੋ ਕੰਜ਼ਰਵੇਸ਼ਨ ਇਜ਼ ਵੈਰੀ ਇੰਪੋਰਟੈਂਟ ਫॉर ਅਸ। ਕੰਜ਼ਰਵੇਸ਼ਨ ਅਸੀਂ ਕਿਉਂ ਸਾਡੇ ਲਈ ਇੰਪੋਰਟੈਂਟ ਹੈ? ਤਾਂ ਕਿ ਅਸੀਂ ਜਿਹੜਾ ਪਲਾਂਟਸ ਅਤੇ ਐਨੀਮਲਸ ਦੀਆਂ ਜਿਹੜੀਆਂ ਡਿਫਰੈਂਟ ਸਪੀਸ਼ੀਜ਼ ਨੇ ਉਹਨਾਂ ਨੂੰ ਆਪਣਾ ਫਿਊਚਰ ਦੇ ਵਿੱਚ ਯੂਜ਼ ਕਰ ਸਕੀਏ ਔਰ ਇਨਵਾਇਰਮੈਂਟ ਦੇ ਵਿੱਚ ਜਿਹੜਾ ਆਪਣੀ ਕੁਆਲਿਟੀ ਹੈ ਇਹਨਾਂ ਦੀ ਉਹਨਾਂ ਨੂੰ ਕੀ ਕਰ ਸਕੀਏ? ਪ੍ਰੀਜ਼ਰਵ ਕਰ ਸਕੀਏ। Our next topic is biodiversity. What is biodiversity? Biodiversity refers to the variety of living organisms existing on the earth. Biodiversity includes all forms of life, plants, animals and microorganisms. Biodiversity ਤੋਂ ਕੀ ਮੀਨਸ ਹੈ ਕਿ ਤੁਸੀਂ ਜਿਹੜਾ ਆਪਣੇ ਐਟਮੋਸਫੇਅਰ ਦੇ ਵਿੱਚ ਲਿਵਿੰਗ ਆਰਗੇਨਿਜ਼ਮ ਦੀਆਂ ਡਿਫਰੈਂਟ ਫਾਰਮਸ ਨੂੰ ਜਦੋਂ ਡਿਫਰੈਂਟ ਫਾਰਮਸ ਨੂੰ ਤੁਸੀਂ ਦੇਖਦੇ ਹੋ ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਬਾਇਓਡਾਇਵਰਸਿਟੀ। ਵਿਭਿੰਨਤਾ ਪਾਈ ਜਾਂਦੀ ਹੈ ਡਿਫਰੈਂਟ ਸਪੀਸ਼ੀਜ਼ ਆਫ ਪਲਾਂਟਸ ਦੀਆਂ, ਐਨੀਮਲਸ ਦੀਆਂ। ਇਸ ਨੂੰ ਅਸੀਂ ਕੀ ਨੇਮ ਦਿੰਦੇ ਹਾਂ? ਬਾਇਓਡਾਇਵਰਸਿਟੀ। ਫੋਰ ਐਗਜ਼ਾਮਪਲ ਫੋਰੈਸਟ ਬਾਇਓਡਾਇਵਰਸਿਟੀ ਦੀ ਬਹੁਤ ਵਧੀਆ ਐਗਜ਼ਾਮਪਲ ਹੈ। ਫੋਰੈਸਟ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਰਾਇਟੀਜ਼ ਨੂੰ ਜਿਹੜਾ ਵਾ ਪਾਈਆਂ ਜਾਂਦੀਆਂ, ਪਲਾਂਟਸ ਦੀਆਂ ਵੀ, ਐਨੀਮਲਸ ਦੀਆਂ ਵੀ। ਸੋ ਫੋਰੈਸਟ ਨੂੰ ਜਿਹੜਾ ਅਸੀਂ ਬਾਇਓਡਾਇਵਰਸਿਟੀ ਦੀ ਮੇਨ ਐਗਜ਼ਾਮਪਲ ਕਹਿ ਸਕਦੇ ਹਾਂ। ਨੈਕਸਟ ਟੋਪਿਕ ਇਜ਼ ਵਾਈ ਕੰਜ਼ਰਵ ਬਾਇਓਡਾਇਵਰਸਿਟੀ। ਅਸੀਂ ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਕੇ ਰੱਖਣਾ ਕਿਉਂ ਰੱਖਣਾ? ਅਸੀਂ ਕੰਜ਼ਰਵ ਕਰਕੇ ਕਿਉਂਕਿ ਪਲਾਂਟਸ ਅਤੇ ਐਨੀਮਲਸ ਜਿਹੜੇ ਆ ਇਹ ਸਾਨੂੰ ਬਹੁਤ ਕੁਝ ਪ੍ਰੋਵਾਈਡ ਕਰਦੇ ਨੇ। ਜਿਵੇਂ ਕਿ ਪਲਾਂਟਸ ਤੋਂ ਸਾਨੂੰ ਕੀ ਹੈ? ਫੂਡ ਮਿਲਦਾ ਹੈ, ਪਲਸਿਸ, ਫਰੂਟਸ, ਨਟਸ, ਆਇਲਸ ਐਟਸੈਟਰਾ। ਫੂਡ ਦੇ ਨਾਲ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਬੈਨੀਫਿਟਸ ਨੇ ਪਲਾਂਟਸ ਦੇ, ਜਿਵੇਂ ਕਿ ਮੈਡੀਸਿਨਸ, ਫੋਡਰ, ਫਾਈਬਰਸ, ਫਰਟੀਲਾਈਜ਼ਰਸ ਐਟਸੈਟਰਾ। ਇਸ ਤੋਂ ਇਲਾਵਾ ਐਨੀਮਲਸ, ਕੁਝ ਐਨੀਮਲਸ ਸਾਡੇ ਲਈ ਡੇਂਜਰਸ ਵੀ ਨੇ ਬਟ ਮੋਸਟਲੀ ਐਨੀਮਲਸ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਜਿਵੇਂ ਕਿ ਐਨੀਮਲਸ ਤੋਂ ਸਾਨੂੰ ਕੀ ਮਿਲਦਾ ਹੈ? ਫਿਸ਼, ਐਗ, ਮਿਲਕ, ਹਨੀ, ਸਿਲਕ ਐਟਸੈਟਰਾ। Biodiversity is also important in the following ways. It helps to regulate climate, purify air and water, help to preserve fertile soil. Our next topic is causes of loss of biodiversity. Biodiversity ਦੇ ਟਾਈਮ ਦੇ ਨਾਲ ਕੀ ਹੋ ਰਿਹਾ? ਬਾਇਓਡਾਇਵਰਸਿਟੀ ਕੀ ਹੈ? ਲਾਸ ਹੋ ਰਹੀ ਹੈ। ਡਿਫਰੈਂਟ ਜਿਹੜੇ ਐਨੀਮਲਸ ਜਾਂ ਪਲਾਂਟਸ ਨੇ ਉਹਨਾਂ ਦੀਆਂ ਸਪੀਸ਼ੀਜ਼ ਕੀ ਹੈ? ਲਾਸ ਹੋ ਰਹੀਆਂ ਨੇ। ਉਹਨਾਂ ਦਾ ਮਤਲਬ ਸਾਡੇ ਐਟਮੋਸਫੇਅਰ ਦੇ ਵਿੱਚੋਂ ਜਿਹੜਾ ਕੀ ਹੈ? ਲਾਸ ਹੋ ਰਿਹਾ ਹੈ। ਇਸ ਦੇ ਕੀ ਰੀਜ਼ਨ ਹੋ ਸਕਦੇ ਨੇ? ਫਸਟ ਰੀਜ਼ਨ ਇਹਦਾ ਇਹ ਹੈ ਇਨਕਰੀਜ਼ ਇਨ ਪਾਪੂਲੇਸ਼ਨ। ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਨਾਲ ਕੀ ਹੁੰਦਾ ਹੈ? ਕਟਿੰਗ ਆਫ ਟਰੀਜ਼, ਡੀਫੋਰੈਸਟੇਸ਼ਨ। ਔਰ ਡੀਫੋਰੈਸਟੇਸ਼ਨ ਦੇ ਨਾਲ ਕੀ ਹੁੰਦਾ ਹੈ? ਬਾਇਓਡਾਇਵਰਸਿਟੀ ਖਤਮ ਹੁੰਦੀ ਹੈ। ਪਲਾਂਟਸ ਬਹੁਤ ਜ਼ਿਆਦਾ ਕੀ ਹੈ? ਖਤਮ ਹੋ ਰਹੇ ਨੇ। ਆਵਰ ਸੈਕਿੰਡ ਪੁਆਇੰਟ ਇਜ਼ ਇੰਡਸਟਰੀਲਾਈਜੇਸ਼ਨ ਐਂਡ ਅਰਬਨਾਈਜੇਸ਼ਨ। ਇੰਡਸਟਰੀਲਾਈਜੇਸ਼ਨ ਐਂਡ ਅਰਬਨਾਈਜੇਸ਼ਨ ਦੇ ਵਿੱਚ ਕੀ ਹੈ ਕਿ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਤਾਂ ਉਦਯੋਗਾਂ ਨੂੰ, ਇੰਡਸਟਰੀਜ਼ ਨੂੰ ਜਿਹੜਾ ਡਿਵੈਲਪ ਕਰਨ ਲਈ ਸਾਨੂੰ ਕੀ ਹੈ? ਲੈਂਡ ਨੂੰ ਫ੍ਰੀ ਕਰਨਾ ਪੈਂਦਾ ਹੈ। ਨੈਕਸਟ ਪੁਆਇੰਟ ਇਜ਼ ਓਵਰ ਗ੍ਰੇਜ਼ਿੰਗ। ਐਨੀਮਲਸ ਦੀ ਪਾਪੂਲੇਸ਼ਨ ਜਿਹੜੀ ਆ ਇਨਕਰੀਜ਼ ਹੋਣ ਦੇ ਨਾਲ ਓਵਰ ਗ੍ਰੇਜ਼ਿੰਗ ਮਤਲਬ ਕਿ ਜ਼ਿਆਦਾ ਚਾਰਾ ਉਹ ਖਾਧਾ ਜਾਂਦਾ ਹੈ। ਪਲਾਂਟਸ ਜਿਹੜੀਆਂ ਹਰਬਸ ਆ ਉਹ ਜ਼ਿਆਦਾ ਖਾ ਰਹੇ ਐਨੀਮਲਸ, ਕਿਉਂਕਿ ਜ਼ਿਆਦਾ ਐਨੀਮਲਸ ਪਾਪੂਲੇਸ਼ਨ ਹੈ ਜ਼ਿਆਦਾ ਐਨੀਮਲਸ ਦੀ। ਨੈਕਸਟ ਇਜ਼ ਹੈਬੀਟੈਟ ਡਿਸਟਰਕਸ਼ਨ। ਹੈਬੀਟੈਟ ਡਿਸਟਰਕਸ਼ਨ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਡੀਫੋਰੈਸਟੇਸ਼ਨ, ਇੰਡਸਟਰੀਲਾਈਜੇਸ਼ਨ ਜਾਂ ਕੁਛ ਹੋਰ ਡੈਮਸ ਦੀ ਕੰਸਟਰਕਸ਼ਨ ਕਰ ਰਹੇ ਹਾਂ ਤਾਂ ਫਿਰ ਕੀ ਹੁੰਦਾ ਹੈ ਕਿ ਸਾਡੇ ਜਿਹੜਾ ਨੈਚੁਰਲ ਕਲੈਮਿਟੀਜ਼ ਆ ਜਾਂਦੀਆਂ ਨੇ, ਜਿਵੇਂ ਕਿ ਫਲੱਡਸ, ਡਰੌਟਸ, ਸਾਈਕਲੋਨਸ। ਇਹਨਾਂ ਨੈਚੁਰਲ ਕਲੈਮਿਟੀਜ਼ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਪਲਾਂਟਸ ਆ ਉਹਨਾਂ ਦੀ ਕੀ ਹੈ
ਘੱਟ ਗਿਣਤੀ ਹੋਣ ਦੇ ਕਾਰਨ ਫਿਰ ਕੀ ਹੁੰਦਾ ਹੈ ਕਿ ਜਿਹੜੇ ਬਹੁਤ ਸਾਰੇ ਜਾਨਵਰ ਜਾਂ ਪੌਦੇ ਆ ਉਹਨਾਂ ਨੂੰ ਆਪਣਾ ਘਰ ਨਹੀਂ ਮਿਲ ਪਾਉਂਦਾ, ਉਹ ਕੀ ਆ ਬੇਘਰ ਹੋ ਜਾਂਦੇ ਆ, ਉਹਨਾਂ ਦਾ ਹੈਬਿਟੈਟ ਕੀ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਨੈਕਸਟ ਇਜ਼ ਹੰਟਿੰਗ ਐਂਡ ਕਿਲਿੰਗ ਆਫ ਐਨੀਮਲਸ। ਐਨੀਮਲਸ ਨੂੰ ਅਸੀਂ ਕਿਉਂ ਕਿਲ ਕਰਦੇ ਹਾਂ? ਤਾਂ ਕਿ ਅਸੀਂ ਉਹਨਾਂ ਤੋਂ ਮੀਟ ਲੈ ਸਕੀਏ, ਸਕਿਨ ਲੈ ਸਕੀਏ, ਔਰ ਹੋਰ ਵੀ ਬਹੁਤ ਸਾਰੇ ਬੋਡੀ ਪਾਰਟਸ ਉਹਨਾਂ ਦੇ ਯੂਜ਼ ਕੀਤੇ ਜਾਂਦੇ ਆ, ਉਹਨਾਂ ਨੂੰ ਸੇਲ ਕੀਤਾ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜੇ ਬਾਇਓਡਾਇਵਰਸਿਟੀ ਦੇ ਕੌਜ਼ ਸੀ, ਬਾਇਓਡਾਇਵਰਸਿਟੀ ਦੇ ਲਾਸ ਦੇ ਜਿਹੜੇ ਕੌਸਿਸ ਸੀ ਉਹ ਕੀ ਸੀ ਕਿ ਪੋਪੂਲੇਸ਼ਨ। ਨੈਕਸਟ ਇਜ਼ ਕੰਸੀਕੁਐਂਸਿਸ ਆਫ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਦੇ ਕੀ ਰਿਜ਼ਲਟਸ ਨੇ? ਫਸਟ ਇਜ਼ ਪੋਲਿਊਸ਼ਨ ਆਫ ਏਅਰ ਐਂਡ ਸੋਇਲ। ਜਦੋਂ ਅਸੀਂ ਟਰੀ ਕੱਟ ਆਊਟ ਕਰ ਦਿੰਦੇ ਹਾਂ ਤਾਂ ਫਿਰ ਕੀ ਹੁੰਦਾ ਹੈ ਕਿ ਸੋਇਲ ਪੋਲਿਊਸ਼ਨ ਹੁੰਦਾ ਹੈ ਐਂਡ ਬਹੁਤ ਸਾਰੀਆਂ ਜਿਹੜੀਆਂ ਪੋਇਜ਼ਨਸ ਗੈਸਿਸ ਆ ਉਹ ਐਟਮੋਸਫੇਅਰ ਦੇ ਵਿੱਚ ਆਉਣ ਕਾਰਨ, ਕਿਉਂਕਿ ਟਰੀਜ਼ ਉਹਨਾਂ ਨੂੰ ਐਬਜ਼ੌਰਬ ਨਹੀਂ ਕਰ ਪਾਉਂਦੇ ਕਾਰਬਨ ਡਾਈਆਕਸਾਈਡ ਗੈਸ ਨੂੰ, ਇਸ ਲਈ ਜਿਹੜਾ ਪੋਲਿਊਸ਼ਨ ਹੁੰਦਾ ਹੈ ਏਅਰ ਅਤੇ ਸੋਇਲ ਦਾ। ਸੈਕਿੰਡ ਪੁਆਇੰਟ ਇਜ਼ ਇਨਕਰੀਜ਼ ਇਨ ਟੈਂਪਰੇਚਰ। ਹੁਣ ਪੋਇਜ਼ਨਸ ਗੈਸਿਸ ਦੇ ਨਾਲ ਕੀ ਹੁੰਦਾ ਹੈ, ਅਰਥ ਦਾ ਕੀ ਟੈਂਪਰੇਚਰ ਇਨਕਰੀਜ਼ ਹੁੰਦਾ ਹੈ, ਔਰ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਕੀ ਹੈ, ਗਲੋਬਲ ਵਾਰਮਿੰਗ ਹੁੰਦੀ ਹੈ। ਥਰਡ ਪੁਆਇੰਟ ਇਜ਼ ਨੈਚੁਰਲ ਕਲੈਮਿਟੀਜ਼। ਨੈਚੁਰਲ ਕਲੈਮਿਟੀਜ਼ increased chances of natural calamities such as floods and droughts. Trees help to absorb rainwater from the ground. ਟਰੀਜ਼ ਕੀ ਕਰਦੇ ਨੇ ਕਿ ਜਿਹੜੀ ਆ ਵਾਟਰ ਆ, ਰੇਨ ਵਾਟਰ, ਉਹਨੂੰ ਕੀ ਕਰਦੇ, ਐਬਜ਼ੌਰਬ ਕਰਦੇ ਆ। ਬਟ ਜਦੋਂ ਟਰੀਜ਼ ਅਸੀਂ ਕੱਟ ਆਊਟ ਕਰ ਦਿੰਦੇ ਹਾਂ ਤਾਂ ਫਿਰ ਉਹਨਾਂ ਨੂੰ ਜਿਹੜਾ ਵਾਟਰ ਨੂੰ, ਜਦੋਂ ਐਕਸੈਸ ਵਾਟਰ ਆ ਜਾਂਦਾ ਡਿਊ ਟੂ ਫਲੱਡਸ, ਤਾਂ ਫਿਰ ਉਹਨਾਂ ਨੂੰ ਕੋਈ ਵੀ ਐਬਜ਼ੌਰਬ ਨਹੀਂ ਕਰ ਪਾਉਂਦਾ, ਇਸ ਲਈ ਜਿਹੜਾ ਵਾ ਨੈਚੁਰਲ ਕਲੈਮਿਟੀਜ਼ ਦੇ ਜ਼ਿਆਦਾ ਚਾਂਸਿਸ ਹੋ ਜਾਂਦੇ ਨੇ। ਨੈਕਸਟ ਪੁਆਇੰਟ ਇਜ਼ ਲਾਸ ਆਫ ਹੋਮਸ। ਬਹੁਤ ਸਾਰੇ ਐਨੀਮਲਸ ਅਤੇ ਪਲਾਂਟਸ ਦਾ ਜਿਹੜਾ ਵਾ ਉਹ ਹੋਮ ਕੀ ਹੈ, ਲਾਸ, ਹੋਮ ਦਾ ਕੀ ਉਹਨਾਂ ਦੇ ਲਾਸ ਹੋ ਜਾਂਦਾ, ਉਹ ਬੇਘਰ ਹੋ ਜਾਂਦੇ ਨੇ। Last point is extinction of species. Extinction of species. Many species of plants and animals are not able to adjust to the changing climate caused due to the deforestation, resulting in many species becoming extinct. ਹੁਣ ਬਹੁਤ ਸਾਰੇ ਐਨੀਮਲਸ, ਪਲਾਂਟਸ ਦਾ ਜਦੋਂ ਕੀ ਆ ਖਤਮ ਹੋ ਜਾਂਦੇ ਆ ਸਾਡੇ ਐਟਮੋਸਫੇਅਰ ਦੇ ਵਿੱਚੋਂ, ਤਾਂ ਫਿਰ ਕੀ ਹੁੰਦਾ ਹੈ ਕਿ ਐਨੀਮਲਸ ਜਿਹੜੇ ਆਪਣੇ ਆਪ ਨੂੰ ਖਤਮ ਕਿਉਂ ਹੋ ਜਾਂਦੇ ਆ? ਕਿਉਂਕਿ ਉਹ ਆਪਣੇ ਆਪ ਨੂੰ ਜਿਹੜਾ ਵਾ ਐਡਜਸਟ ਨਹੀਂ ਕਰ ਪਾਉਂਦੇ ਕਲਾਈਮੇਟ ਦੇ ਅਕੋਰਡਿੰਗ। ਇਹਦੇ ਵਿੱਚ ਮੋਸਟ ਐਗਜ਼ਾਮਪਲ ਕਾਮਨ ਕਿਹੜੀ ਹੈ? ਡਾਇਨਾਸੋਰ। ਮੋਸਟ ਕਾਮਨ ਐਗਜ਼ਾਮਪਲ ਇਜ਼ ਡਾਇਨਾਸੋਰ ਵਿਚ ਇਜ਼ ਐਨ ਐਕਸਟਿੰਕਟ ਸਪੀਸ਼ੀਜ਼। ਸੋ ਆਵਰ ਨੈਕਸਟ lecture is on Thursday, that is biodiversity and biosphere. It is consequences of deforestation. Deforestation ਦੇ ਕੀ results ਨੇ? First is pollution of air and soil. ਜਦੋਂ ਅਸੀਂ ਟਰੀ ਕੱਟ ਆਊਟ ਕਰ ਦਿੰਦੇ ਹਾਂ ਤਾਂ ਫਿਰ ਕੀ ਹੁੰਦਾ ਹੈ ਕਿ ਸੋਇਲ ਪੋਲਿਊਸ਼ਨ ਹੁੰਦਾ ਹੈ ਐਂਡ ਬਹੁਤ ਸਾਰੀਆਂ ਜਿਹੜੀਆਂ ਪੋਇਜ਼ਨਸ ਗੈਸਿਸ ਆ ਉਹ ਐਟਮੋਸਫੇਅਰ ਦੇ ਵਿੱਚ ਆਉਣ ਕਾਰਨ, ਕਿਉਂਕਿ ਟਰੀਜ਼ ਉਹਨਾਂ ਨੂੰ ਐਬਜ਼ੌਰਬ ਨਹੀਂ ਕਰ ਪਾਉਂਦੇ ਕਾਰਬਨ ਡਾਈਆਕਸਾਈਡ ਗੈਸ ਨੂੰ, ਇਸ ਲਈ ਜਿਹੜਾ ਪੋਲਿਊਸ਼ਨ ਹੁੰਦਾ ਹੈ ਏਅਰ ਅਤੇ ਸੋਇਲ ਦਾ। ਸੈਕਿੰਡ ਪੁਆਇੰਟ ਇਜ਼ ਇਨਕਰੀਜ਼ ਇਨ ਟੈਂਪਰੇਚਰ। ਹੁਣ ਪੋਇਜ਼ਨਸ ਗੈਸਿਸ ਦੇ ਨਾਲ ਕੀ ਹੁੰਦਾ ਹੈ, ਅਰਥ ਦਾ ਕੀ ਟੈਂਪਰੇਚਰ ਇਨਕਰੀਜ਼ ਹੁੰਦਾ ਹੈ, ਔਰ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਕੀ ਹੈ, ਗਲੋਬਲ ਵਾਰਮਿੰਗ ਹੁੰਦੀ ਹੈ। ਥਰਡ ਪੁਆਇੰਟ ਇਜ਼ ਨੈਚੁਰਲ ਕਲੈਮਿਟੀਜ਼। ਨੈਚੁਰਲ ਕਲੈਮਿਟੀਜ਼ increased chances of natural calamities such as floods and droughts. Trees help to absorb rainwater from the ground. ਟਰੀਜ਼ ਕੀ ਕਰਦੇ ਨੇ ਕਿ ਜਿਹੜੀ ਆ ਵਾਟਰ ਆ, ਰੇਨ ਵਾਟਰ, ਉਹਨੂੰ ਕੀ ਕਰਦੇ, ਐਬਜ਼ੌਰਬ ਕਰਦੇ ਆ। ਬਟ ਜਦੋਂ ਟਰੀਜ਼ ਅਸੀਂ ਕੱਟ ਆਊਟ ਕਰ ਦਿੰਦੇ ਹਾਂ ਤਾਂ ਫਿਰ ਉਹਨਾਂ ਨੂੰ ਜਿਹੜਾ ਵਾਟਰ ਨੂੰ, ਜਦੋਂ ਐਕਸੈਸ ਵਾਟਰ ਆ ਜਾਂਦਾ ਡਿਊ ਟੂ ਫਲੱਡਸ, ਤਾਂ ਫਿਰ ਉਹਨਾਂ ਨੂੰ ਕੋਈ ਵੀ ਐਬਜ਼ੌਰਬ ਨਹੀਂ ਕਰ ਪਾਉਂਦਾ, ਇਸ ਲਈ ਜਿਹੜਾ ਵਾ ਨੈਚੁਰਲ ਕਲੈਮਿਟੀਜ਼ ਦੇ ਜ਼ਿਆਦਾ ਚਾਂਸਿਸ ਹੋ ਜਾਂਦੇ ਨੇ। ਨੈਕਸਟ ਪੁਆਇੰਟ ਇਜ਼ ਲਾਸ ਆਫ ਹੋਮਸ। ਬਹੁਤ ਸਾਰੇ ਐਨੀਮਲਸ ਅਤੇ ਪਲਾਂਟਸ ਦਾ ਜਿਹੜਾ ਵਾ ਉਹ ਹੋਮ ਕੀ ਹੈ, ਲਾਸ, ਹੋਮ ਦਾ ਕੀ ਉਹਨਾਂ ਦੇ ਲਾਸ ਹੋ ਜਾਂਦਾ, ਉਹ ਬੇਘਰ ਹੋ ਜਾਂਦੇ ਨੇ। Last point is extinction of species. Extinction of species. Many species of plants and animals are not able to adjust to the changing climate caused due to the deforestation, resulting in many species becoming extinct. ਹੁਣ ਬਹੁਤ ਸਾਰੇ ਐਨੀਮਲਸ, ਪਲਾਂਟਸ ਦਾ ਜਦੋਂ ਕੀ ਆ ਖਤਮ ਹੋ ਜਾਂਦੇ ਆ ਸਾਡੇ ਐਟਮੋਸਫੇਅਰ ਦੇ ਵਿੱਚੋਂ, ਤਾਂ ਫਿਰ ਕੀ ਹੁੰਦਾ ਹੈ ਕਿ
ਐਨੀਮਲਸ ਜਿਹੜੇ ਆਪਣੇ ਆਪ ਨੂੰ ਖਤਮ ਕਿਉਂ ਹੋ ਜਾਂਦੇ ਆ, ਕਿਉਂਕਿ ਉਹ ਆਪਣੇ ਆਪ ਨੂੰ ਜਿਹੜਾ ਵਾ ਐਡਜਸਟ ਨਹੀਂ ਕਰ ਪਾਉਂਦੇ ਕਲਾਈਮੇਟ ਦੇ ਅਕੋਰਡਿੰਗ। ਇਹਦੇ ਵਿੱਚ ਮੋਸਟ ਐਗਜ਼ਾਮਪਲ ਕਾਮਨ ਕਿਹੜੀ ਹੈ? ਡਾਇਨਾਸੌਰ। ਮੋਸਟ ਕਾਮਨ ਐਗਜ਼ਾਮਪਲ ਇਜ਼ ਡਾਇਨਾਸੌਰ ਵਿਚ ਇਜ਼ ਐਨ ਐਕਸਟਿੰਕਟ ਸਪੀਸ਼ੀਜ਼। So our next lecture is on Thursday, that is biodiversity and biosphere. Thank you class.